ਤੁਹਾਨੂੰ ਇਹ ਪਲੈਨਿੰਗ ਲੱਗਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਆਪਸੀ ਫੁੱਟ ਪੈ ਗਈ ਇਸ ਕਰਕੇ ਇਹ ਸਾਰਾ ਐਪੀਸੋਡ ਹੋਇਆ ਵਿਰਸਾ ਸਿੰਘ ਵਲਟੋਆ ਵਰਸਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ? ਬੀਜੇਪੀ ਆਰਐਸਐਸ ਦਾ ਪ੍ਰਭਾਵ ਹੈਗਾ ਜਥੇਦਾਰਾਂ ਤੇ ਜਾਂ ਤਖਤ ਸਾਹਿਬ ਤੇ? ਬਣਾਏ ਉਹਨਾਂ ਨੇ ਹੈ ਜਿਨ੍ਹਾਂ ਦੀ ਗੱਲਬਾਤ ਤੇ ਸਾਂਝ ਬੀਜੇਪੀ ਤੇ ਆਰਐਸਐਸ ਦੇ ਨਾਲ ਸੀਗੀ। ਵਿਰਸਾ ਸਿੰਘ ਇੱਕ ਏਡਾ ਵੱਡਾ ਪੰਥ ਦਾ ਲੀਡਰ ਤਾਂ ਹੈ ਨਹੀਂਗਾ ਜਿੰਨਾ ਉਹਨੂੰ ਬਣਾਇਆ ਗਿਆ। ਉਹਦੀ ਕੋਈ ਪਾਲਿਸੀ ਨਹੀਂ ਹੈ। ਉਹ ਸਾਰਾ ਵਕਤ ਬਾਦਲ ਤੇ ਬੀਜੇਪੀ ਦੇ ਨਾਲ ਚੱਲਦਾ ਰਿਹਾ। ਪਰ ਇਹ ਛੋਟੀ ਗੱਲ ਤਾਂ ਨਹੀਂ ਕਿ ਜਥੇਦਾਰ ਇੱਕ ਇੰਨਾ ਨਿਰਾਸ਼ ਹੋ ਕੇ ਅਸਤੀਫਾ ਦੇ ਦੇਵੇ। ਜਥੇਦਾਰ ਨੂੰ ਤਾਂ ਚੜ੍ਹਦੀ ਕਲਾ ਦਾ ਸੁਨੇਹਾ ਨਾ, ਪਰ ਜਦੋਂ ਧੀਆਂ ਦੇ ਉੱਤੇ ਇਲਜ਼ਾਮ ਲੱਗ ਜਾਣ ਤੇ ਕੌਮ ਉਹਦੇ ਪਿੱਛੇ ਨਾ ਖੜੇ ਹੋਵੇ ਤਾਂ ਫਿਰ ਇੱਕ ਗਰੀਬ ਆਦਮੀ ਹੋਰ ਕੀ ਕਰ ਸਕਦਾ ਹੈਗਾ। ਜਿਹੜਾ ਅਕਾਲੀ ਦਲ ਦਾ ਅਸਲੀ ਰੁਤਬਾ ਸੀ ਉਹ ਇਹਨਾਂ ਨੇ ਖੋ ਕੇ ਤੇ ਕਦੇ ਬੀਜੇਪੀ ਜਿਹੜੀ ਦੁਸ਼ਮਣ ਪਾਰਟੀ ਹੈ, ਕਦੇ ਕਾਂਗਰਸਾਂ ਨਾਲ ਰਲ ਕੇ ਇਸੇ ਲਾਲਚ ਦੇ ਵਿੱਚ ਕਿ ਅਸੀਂ ਸਰਕਾਰ ਬਣਾ ਲਵਾਂਗੇ। ਪਰ ਸਰਕਾਰ ਬਣਾ ਕੇ ਵੀ ਇਹਨਾਂ ਨੇ ਸਿੱਖਾਂ ਦੇ ਕੰਮ ਕੋਈ ਕੀਤੇ ਨਹੀਂ ਹੈ। ਇਹ ਅਕਾਲੀ ਸੋਚ ਤੋਂ ਠਿਰਕ ਗਏ ਹੈ ਤੇ ਇਹ ਮੈਂ ਸਮਝਦਾ ਇਹਨਾਂ ਨੂੰ ਅਕਾਲੀ ਕਹਿਣ ਦਾ ਮਤਲਬ ਅੱਜ ਹੈ ਨਹੀਂ। ਪਰ ਸੁਖਬੀਰ ਸਿੰਘ ਬਾਦਲ ਹੋਣਾ ਤੇ ਤੁਹਾਨੂੰ ਲੱਗਦਾ ਕਿ ਇਸ ਕਰਕੇ ਵੀ ਡਿਲੇ ਹੋ ਸਕਦਾ ਫੈਸਲਾ? ਆਰਐਸਐਸ ਬੀਜੇਪੀ ਦਾ ਇੰਟਰਸਟ ਹੋਊਗਾ ਉਹਦੇ 'ਚ? ਬਾਦਲ ਦਲੀਏ ਤੇ ਰਵੈਤੀ ਅਕਾਲੀ ਇਹ ਸਾਰਾ ਗੰਦ ਦਾ ਟੋਕਰਾ ਲੈ ਕੇ ਸਾਡੇ ਵਿੱਚ ਫਿਰ ਤੁਰ ਰਹੇ ਹੈ ਤੇ ਇਹਨਾਂ ਦੇ ਉੱਤੇ ਸੋਚ ਰੱਖਣੀ ਜ਼ਰੂਰੀ ਹੈ ਤੇ ਖਬਰਦਾਰੀ ਜ਼ਰੂਰ ਹੋਣੀ ਚਾਹੀਦੀ ਹੈ ਇਹਨਾਂ ਤੋਂ। ਬੀਬੀ ਛੇੜੀ ਸੀਗੀ, ਉਹਦੀਆਂ ਫਿਲਮਾਂ ਨਿਕਲੀਆਂ ਸੀਗੀਆਂ। ਉਹ ਵੀ ਡੇਰਾ ਬਾਬਾ ਨਾਨਕ ਤੋਂ ਲੰਗਾ ਸਾਹਿਬ ਇਲੈਕਸ਼ਨ ਲੜਨਾ ਚਾਹੁੰਦਾ। ਤੁਹਾਨੂੰ ਰਿਵਾਈਵਲ ਦਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਪੋਲਿਟਿਕਸ ਦਾ ਰਿਵਾਈਵਲ ਹੋਊਗਾ? ਰਿਵਾਈਵਲ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਕਰ ਸਕਦਾ ਜੀ, ਹੋਰ ਕਿਹੜਾ ਕਰ ਸਕਦਾ ਹੁਣ। ਵੱਡੇ ਪੱਧਰ ਤੇ ਲੋਕ ਜਿੱਤ ਕੇ ਇੱਕ ਵਾਰ ਆ ਗਏ ਤੁਹਾਡੇ ਨਾਲ, ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਕੀ ਲੱਗਦਾ ਕਿਹੜੀਆਂ ਕੋਈ ਕਮੀਆਂ ਘਾਟਾਂ ਰਹਿ ਗਈਆਂ ਜਿਹਦੇ ਤੋਂ ਬਾਅਦ, ਕਿਉਂਕਿ ਤੁਸੀਂ ਪਿਛਲੀ ਵਾਰ ਜਿੱਤ ਗਏ ਸੀ, ਇਸ ਵਾਰ ਤੁਸੀਂ ਹਾਰ ਗਏ ਚੋਣ, ਕਮੀਆਂ ਘਾਟਾਂ ਤੇ ਕੋਈ ਮੰਥਨ ਕੀਤਾ ਤੁਸੀਂ ਕਿ ਕਿਹੜੀਆਂ ਚੀਜ਼ਾਂ ਰਹਿ ਗਈਆਂ, ਕਿਹੜੀਆਂ ਗੱਲਾਂ ਕਰਕੇ ਲੋਕ ਤੁਹਾਡੇ ਨਾਲ ਇੰਗੇਜ ਨਹੀਂ ਹੋ ਪਾਏ ਉਸ ਪੱਧਰ ਦੇ ਉੱਪਰ? ਉਹ ਗਲਤੀਆਂ ਤਾਂ ਮੇਰੀਆਂ ਹੀ ਹੋਣਗੀਆਂ ਜੀ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਪਿਛਲੇ ਕੁਝ ਦਿਨਾਂ ਤੋਂ ਪੰਥਕ ਸਫ਼ਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਚਰਚਾ ਚੱਲਦੀ ਰਹੀ ਕਿਉਂਕਿ ਇੱਕ ਬਹੁਤ ਵੱਡਾ ਘਟਨਾਕ੍ਰਮ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ। ਵਿਰਸਾ ਸਿੰਘ ਵਲਟੋਆ ਹੋਣਾ ਨੂੰ ਜਦੋਂ ਤਲਬ ਕੀਤਾ ਗਿਆ ਔਰ ਵਿਰਸਾ ਸਿੰਘ ਵਲਟੋਆ ਹੋਣਾ ਨੂੰ 10 ਸਾਲਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਣ ਦੇ ਹੁਕਮ ਜਾਰੀ ਹੋਏ, ਫਿਰ ਉਸ ਤੋਂ ਵੀ ਵੱਡੀ ਘਟਨਾ ਵਾਪਰੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਔਰ ਬਹੁਤ ਭਾਵੁਕ ਹੋ ਕੇ ਉਹਨਾਂ ਨੇ ਵਿਰਸਾ ਸਿੰਘ ਵਲਟੋਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਸਨਸਨੀਖੇਜ਼ ਇਲਜ਼ਾਮ ਲਾਏ। ਉਹਨਾਂ ਨੇ ਕਿਹਾ ਕਿ ਮੇਰੀਆਂ ਧੀਆਂ ਨੂੰ ਵੀ ਜੋ ਇਨਵੋਲਵ ਕੀਤਾ ਜਾ ਰਿਹਾ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਆਪਣੇ ਨਿੱਜੀ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਟਾਰਗੇਟ ਕੀਤਾ ਜਾ ਰਿਹਾ ਮੈਨੂੰ। ਔਰ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸ ਪੂਰੇ ਮਸਲੇ ਤੇ ਸਟੈਂਡ ਕੀ ਹੈ, ਕਿਸ ਤਰੀਕੇ ਦੇ ਨਾਲ, ਕਿਸ ਨਜ਼ਰੀਏ ਨਾਲ ਦੇਖਦੇ ਆ ਉਹ, ਕਿਉਂਕਿ ਜਿਸ ਤਰ੍ਹਾਂ ਦੀ ਚਰਚਾ ਇਹ ਹੋ ਰਹੀ ਸੀਗੀ ਕਿ ਜਥੇਦਾਰ ਨੂੰ ਟਾਰਗੇਟ ਕੀਤਾ ਗਿਆ ਜੋ ਕਿ ਗਲਤ ਹੈ। ਇਸ ਤਰ੍ਹਾਂ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਦੀ ਚਰਚਾ ਕਰ ਰਹੇ, ਪਰ ਉੱਥੇ ਹੀ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਥੇਦਾਰ ਹੋਣਾ ਨੂੰ ਜੁਰਤ ਦਿਖਾਉਣੀ ਚਾਹੀਦੀ ਸੀ, ਉਹਨਾਂ ਨੂੰ ਸਖਤ ਹੋਰ ਫੈਸਲਾ ਭਾਵੇਂ ਵਲਟੋਆ ਹੋਣਾ ਦੇ ਖਿਲਾਫ ਲੈਣਾ ਪੈਂਦਾ, ਪਰ ਇਸ ਤਰ੍ਹਾਂ ਅਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਸਰਦਾਰ ਮਾਨ ਹੋਣਾ ਦਾ ਇਸ ਤੇ ਪੂਰਾ ਸਟੈਂਡ ਕੀ ਹੈ, ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਜੋ ਵੀ ਘਟਨਾਕ੍ਰਮ ਵਾਪਰਿਆ ਤੁਸੀਂ ਪੂਰਾ ਆਪਦੀ ਹੁਣ ਤੱਕ ਦੀ ਜਰਨੀ ਦੇ ਹਿਸਾਬ ਨਾਲ ਕੀ ਅੰਡਰਸਟੈਂਡ ਕੀਤਾ ਤੁਸੀਂ? ਜੋ ਘਟਨਾਕ੍ਰਮ ਵਾਪਰਿਆ, ਵਲਟੋਆ ਹੋਣਾ ਨੂੰ ਸੱਦਿਆ ਜਾਂਦਾ ਪਹਿਲਾਂ, ਉਸ ਤੋਂ ਬਾਅਦ ਫਿਰ 10 ਸਾਲਾਂ ਲਈ ਅਕਾਲੀ ਦਲ ਨੂੰ ਹੁਕਮ ਦਿੱਤਾ ਜਾਂਦਾ ਕਿ ਵਲਟੋਏ ਨੂੰ ਕੱਢਿਆ ਜਾਵੇ, ਫਿਰ ਅਕਾਲੀ ਦਲ ਤੇ ਐਲੀਗੇਸ਼ਨ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਜਾਂਦੀ ਹੈ। ਸਾਨੂੰ ਤਾਂ ਜੀ ਇਹ ਜਿਹੜੇ ਜਥੇਦਾਰ ਸਾਹਿਬ ਹੈਗੇ ਆ ਤਖਤਾਂ ਦੇ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੀਆਂ ਧੀਆਂ ਦੇ ਉੱਤੇ ਇਹਨੇ ਟਿੱਪਣੀ ਕੀਤੀ ਹੈ ਜਾਂ ਅੱਖ ਰੱਖੀ ਹੈ, ਇਹ ਤਾਂ ਬਰਦਾਸ਼ਤ ਤੋਂ ਬਹੁਤ ਦੂਰ ਹੈ। ਅਸੀਂ ਕਦੇ ਵੀ ਕਿਸੇ ਦੀ ਧੀ ਭੈਣ
ਦੀ ਇੱਜ਼ਤ ਦੇ ਉੱਤੇ ਜਿਹੜਾ ਧੱਬਾ ਲਾਉਣ ਦੀ ਕੋਸ਼ਿਸ਼ ਕਰੇ, ਅਸੀਂ ਉਹਦੇ ਬਿਲਕੁਲ ਖਿਲਾਫ ਹੈ। ਤੇ ਵਿਰਸਾ ਸਿੰਘ ਇੱਕ ਏਡਾ ਵੱਡਾ ਪੰਥ ਦਾ ਲੀਡਰ ਤਾਂ ਹੈ ਨਹੀਂ ਗਾ ਜਿੰਨਾ ਉਹਨੂੰ ਬਣਾਇਆ ਗਿਆ। ਉਹਦੀ ਕੋਈ ਪਾਲਿਸੀ ਨਹੀਂ ਹੈ। ਉਹ ਸਾਰਾ ਵਕਤ ਬਾਦਲ ਤੇ ਬੀਜੇਪੀ ਦੇ ਨਾਲ ਚੱਲਦਾ ਰਿਹਾ। ਫਿਰ ਇਲਜ਼ਾਮ ਲਾ ਦੇਣੇ ਕਿ ਜਥੇਦਾਰ ਬੀਜੇਪੀ ਦੇ ਨਾਲ ਚੱਲਦੇ ਹੈ। ਮੈਂ ਸਮਝਦਾ ਕਿ ਇਹ ਵਾਜਬ ਨਹੀਂ ਹੈ, ਕਿਉਂ ਕਰਕੇ ਜਿਹੜੀਆਂ ਵੀ ਵਜ਼ਾਰਤਾਂ ਬਾਦਲਾਂ ਨੇ ਬਣਾਈਆਂ, ਇਹਨਾਂ ਨੇ ਬੀਜੇਪੀ ਦੇ ਨਾਲ ਰਲ ਕੇ, ਪਹਿਲਾਂ ਜਿਹੜੀ ਬੀਜੇਪੀ ਦੀ ਸ਼ਾਖ ਹੁੰਦੀ ਸੀਗੀ ਉਹਨਾਂ ਨਾਲ ਬਣਾ ਕੇ, ਫਿਰ ਇਹਨਾਂ ਨੇ ਅਕਾਲੀਆਂ ਦੀ ਰਵਾਇਤ ਤੋੜ ਕੇ ਕਾਮਰੇਡਾਂ ਦੇ ਨਾਲ ਵੀ ਵਜ਼ਾਰਤਾਂ ਬਣਾਈਆਂ ਹੈਗੀਆਂ। ਅਤੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀਗਾ, ਅਸਲੀ ਸਰਦਾਰ ਕਪੂਰ ਸਿੰਘ ਨੇ ਦੀ ਲਿਖਤ ਦੇ ਹੇਠ ਉਸ ਨੂੰ ਵੀ ਕਾਮਰੇਡਾਂ ਦੇ ਕਹਿਣ ਦੇ ਉੱਤੇ ਉਸ ਨੂੰ ਨਰਮ ਕੀਤਾ। ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਰਵਾਇਤੀ ਅਕਾਲੀ ਰਹੇ ਹੈ, ਟੌੜਾ ਸਾਹਿਬ ਹੋਏ, ਬਾਦਲ ਸਾਹਿਬ ਹੋਏ, ਤਲਵੰਡੀ ਸਾਹਿਬ ਹੋਏ, ਇਹ ਸਾਰਿਆਂ ਨੇ ਜਿਹੜਾ ਅਕਾਲੀ ਦਲ ਦਾ ਅਸਲੀ ਰੁਤਬਾ ਸੀ ਉਹ ਇਹਨਾਂ ਨੇ ਖੋਹ ਕੇ, ਅਤੇ ਕਦੇ ਬੀਜੇਪੀ ਜਿਹੜੀ ਦੁਸ਼ਮਣ ਪਾਰਟੀ ਹੈ, ਕਦੇ ਕਾਮਰੇਡਾਂ ਨਾਲ ਰਲ ਕੇ ਇਸੇ ਲਾਲਚ ਦੇ ਵਿੱਚ ਕਿ ਅਸੀਂ ਸਰਕਾਰ ਬਣਾ ਲਵਾਂਗੇ, ਪਰ ਸਰਕਾਰ ਬਣਾ ਕੇ ਵੀ ਇਹਨਾਂ ਨੇ ਸਿੱਖਾਂ ਦੇ ਕੰਮ ਕੋਈ ਕੀਤੇ ਨਹੀਂ ਹੈ। ਚੰਡੀਗੜ੍ਹ ਦਾ ਕੰਮ ਨਹੀਂ ਕੀਤਾ। ਜਿਹੜੇ ਪੰਜਾਬੀ ਬੋਲਦੇ ਇਲਾਕੇ ਬਾਹਰ ਹਰਿਆਣੇ, ਹਿਮਾਚਲ, ਰਾਜਸਥਾਨ 'ਚ ਰਹਿ ਗਏ, ਉਹਨਾਂ ਦੀ ਗੱਲ ਨਹੀਂ ਕੀਤੀ ਹੈਗੀ। ਫਿਰ ਜਿਹੜੇ ਫੌਜੀਆਂ ਨੂੰ ਕਿਹਾ ਸੀਗਾ ਕਿ ਤੁਸੀਂ ਮਿਲਟਰੀ ਛੱਡ ਦਿਓ, ਬਾਦਲ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਦੀਆਂ ਵਜ਼ਾਰਤਾਂ ਵੀ ਬਣੀਆਂ, ਉਹਨਾਂ ਦਾ ਮੁੜ ਵਸੇਵਾ ਨਹੀਂ ਕੀਤਾ। ਜਿਹੜਾ 1984 ਦੇ ਵਿੱਚ ਰਾਜੀਵ ਗਾਂਧੀ ਨੇ ਸਾਰੇ ਕਤਲੇਆਮ ਕੀਤੇ, ਨਸਲਕੁਸ਼ੀ ਕੀਤੀ, ਜਿਹੜੇ ਸਾਰੀ ਦੁਨੀਆ ਤੋਂ ਸਿੱਖ ਉੱਜੜ ਕੇ ਇੱਥੇ ਆਏ, ਉਹਨਾਂ ਦਾ ਮੁੜ ਵਸੇਵਾ ਨਹੀਂ ਕੀਤਾ। ਸੋ ਮੇਰਾ ਮਤਲਬ ਹੈ ਕਿ ਇਹ ਅਕਾਲੀ ਸੋਚ ਤੋਂ ਠਿਰਕ ਗਏ ਹੈ, ਅਤੇ ਇਹ ਮੈਂ ਸਮਝਦਾ ਇਹਨਾਂ ਨੂੰ ਅਕਾਲੀ ਕਹਿਣ ਦਾ ਮਤਲਬ ਅੱਜ ਹੈ ਨਹੀਂ ਗਾ। ਪਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਜਿੱਦਾਂ ਦੇ ਐਲੀਗੇਸ਼ਨ ਲਾਏ, ਵਲਟੋਆ ਹੁਣਾਂ ਨਾਲ ਵੀ ਅਸੀਂ ਇੰਟਰਵਿਊ ਕੀਤਾ, ਅਸੀਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਐਲੀਗੇਸ਼ਨ ਤੁਹਾਡੇ ਤੇ ਲੱਗੇ, ਉਹ ਕਹਿੰਦੇ ਕਿ ਜਥੇਦਾਰ ਹੁਣੀ ਝੂਠ ਬੋਲ ਰਹੇ ਆ। ਇਸ ਤਰ੍ਹਾਂ ਦੀ ਗੱਲ ਵੀ ਉਹਨਾਂ ਨੇ ਕਹੀ ਕਿ ਇਹੋ ਜਿਹਾ ਤਾਂ ਮੈਂ ਕਰ ਹੀ ਨਹੀਂ ਸਕਦਾ ਕਿ ਮੈਂ ਕਿਸੇ ਦੀਆਂ ਧੀਆਂ ਭੈਣਾਂ ਬਾਰੇ ਗਲਤ ਬੋਲਦੇ ਹਾਂ। ਮੇਰਾ ਖਿਆਲ ਹੈ ਜੀ, ਕੋਈ ਵੀ, ਤੁਸੀਂ ਵੀ ਅਤੇ ਮੈਂ ਵੀ ਜੀ ਆਪਣੀ ਧੀ ਦੇ ਬਾਰੇ ਇਹੋ ਜਿਹਾ ਪ੍ਰਚਾਰ ਨਹੀਂ ਕਰਾਂਗੇ ਗਲਤ। ਇਹ ਤਾਂ ਵਲਟੋਏ ਨੂੰ ਸੋਚਣਾ ਚਾਹੀਦਾ ਹੈ ਕਿ ਵਾਕਿਆ ਹੀ ਇਹ ਜੇ ਇਹਦੇ ਵਿੱਚ ਤੱਥ ਹੈਗੇ ਹੈ ਤਾਂ ਇੱਕ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਲਜ਼ਾਮ ਲਾਏ ਹੈ, ਜਿਹੜਾ ਕਿ ਬਹੁਤ ਗੰਦੀ ਗੱਲ ਹੈ ਅਤੇ ਇਹ ਬਰਦਾਸ਼ਤ ਤੋਂ ਬਾਹਰ ਹੈ। ਅਤੇ ਜਿਹੜਾ ਹੁਣ ਉਹਨੇ ਵੀ ਬੀਬੀ ਛੇੜੀ ਸੀਗੀ, ਉਹਦੀਆਂ ਫਿਲਮਾਂ ਨਿਕਲੀਆਂ ਸੀਗੀਆਂ, ਉਹ ਵੀ ਡੇਰਾ ਬਾਬਾ ਨਾਨਕ ਤੋਂ ਲੰਘਾ ਸਾਹਿਬ ਇਲੈਕਸ਼ਨ ਲੜਨਾ ਚਾਹੁੰਦਾ ਹੈ। ਵਾਪਸੀ ਹੋ ਗਈ ਅਕਾਲੀ ਦਲ 'ਚ। ਹਾਂ, ਮੇਰਾ ਮਤਲਬ ਹੈ ਕਿ ਇਹ ਬਾਦਲ ਦਲੀਏ ਅਤੇ ਰਵਾਇਤੀ ਅਕਾਲੀ ਇਹ ਸਾਰਾ ਗੰਦ ਦਾ ਟੋਕਰਾ ਲੈ ਕੇ ਸਾਡੇ ਵਿੱਚ ਫਿਰ ਤੁਰ ਰਹੇ ਹੈ, ਅਤੇ ਇਹਨਾਂ ਦੇ ਉੱਤੇ ਸੋਚ ਰੱਖਣੀ ਜ਼ਰੂਰੀ ਹੈ ਅਤੇ ਖਬਰਦਾਰੀ ਜ਼ਰੂਰ ਹੋਣੀ ਚਾਹੀਦੀ ਹੈ ਇਹਨਾਂ ਤੋਂ। ਬੀਜੇਪੀ ਤੇ ਆਰਐਸਐਸ ਦਾ ਐਲੀਗੇਸ਼ਨ ਬਹੁਤ ਸੀਰੀਅਸ ਲਾਤਾ ਜਥੇਦਾਰ ਤੇ ਵਲਟੋਏ ਹੁਣਾਂ ਨੇ। ਉਹ ਕਹਿੰਦੇ ਕਿ ਮੈਨੂੰ ਇਸ ਗੱਲ ਦਾ ਰੰਜ ਹੋਇਆ ਕਿ ਮੇਰੇ ਤੇ ਇਹਨੇ ਸੀਰੀਅਸ ਐਲੀਗੇਸ਼ਨ ਲਾਤੇ। ਉਹ ਕਹਿੰਦੇ ਕਿ ਜਥੇਦਾਰ ਹੁਣਾਂ ਦੀ ਸਾਂਠ-ਗਾਂਠ ਹੈਗੀ ਆ ਬੀਜੇਪੀ ਦੇ ਨਾਲ, ਆਰਐਸਐਸ ਦੇ ਨਾਲ, ਇਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਫੈਸਲਾ ਨਹੀਂ ਆ ਰਿਹਾ। ਜੋ ਵੀ ਸਜ਼ਾ ਸੁਖਬੀਰ ਬਾਦਲ ਹੁਣਾਂ ਨੂੰ ਕਹਿੰਦੇ ਸੁਣਾਉਣੀ, ਉਹ ਜਲਦੀ ਸੁਣਾਈ ਜਾਵੇ। ਤੁਹਾਨੂੰ ਲੱਗਦੀ ਹੈ ਦਰੁਸਤ ਗੱਲ ਕਿ ਬੀਜੇਪੀ ਆਰਐਸਐਸ ਦਾ ਪ੍ਰਭਾਵ ਹੈਗਾ ਜਥੇਦਾਰਾਂ ਤੇ ਜਾਂ ਤਖ਼ਤ ਸਾਹਿਬ ਤੇ? ਹੋਣਾ ਤਾਂ ਨਹੀਂ ਜੀ ਚਾਹੀਦਾ, ਪਰ ਮੇਰਾ ਮਤਲਬ ਪ੍ਰਭਾਵ ਤਾਂ ਹੋਊਗਾ ਕਿਉਂ ਕਰਕੇ ਬਣਾਏ ਉਹਨਾਂ ਨੇ ਹੈ ਜਿਨ੍ਹਾਂ ਦੀ ਗੱਲਬਾਤ ਅਤੇ ਸਾਂਝ ਬੀਜੇਪੀ ਅਤੇ ਆਰਐਸਐਸ ਦੇ ਨਾਲ ਸੀਗੀ। ਹੁਣ ਜਿੰਨੇ ਵੀ ਜਥੇਦਾਰ ਬਣੇ ਹੈ ਉਹ ਕਮੇਟੀ ਬਣਾ ਰਹੀ ਹੈ ਜਿਹਦੀ ਇਲੈਕਸ਼ਨ 14 ਸਾਲ ਤੋਂ ਨਹੀਂ ਹੋ ਰਹੇ, ਅਤੇ ਸਿੱਖਾਂ ਦਾ ਜਿਹੜਾ ਜਮਹੂਰੀਅਤ ਹੱਕ ਹੈ ਉਹ ਹੁਕੂਮਤ ਹਿੰਦੂਤਵਾ ਨੇ ਖੋਹ ਲਿਆ, ਅਤੇ ਸਾਡੇ ਇਲੈਕਸ਼ਨ ਹੀ SGPC ਦੇ ਨਹੀਂ ਕਰਾ ਰਹੇ। ਫਿਰ ਜਿਹੜੀ ਕਮੇਟੀ ਜਥੇਦਾਰਾਂ ਨੂੰ ਤੈਅ ਕਰੂਗੀ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਉੱਤੇ ਅਸਰ
ਹੋਵੇ ਜਾਂ ਨਾ ਹੋਵੇ, ਹਾਂ। ਪਰ ਜਿਹੜੇ ਜਥੇਦਾਰ ਸਾਹਿਬ ਹੈ ਇਹਨਾਂ ਨੂੰ ਮਿਲਣਾ ਸਾਰਿਆਂ ਨੂੰ ਪੈਂਦਾ ਹੈ। ਇਹਨਾਂ ਨੇ ਜਿਹੜੀ ਸੋਚ ਯੁੱਧ ਧਰਮ ਦੀ ਹੁੰਦੀ ਹੈ ਉਸ ਦਾ ਪਤਾ ਲੈਣਾ ਇਹਨਾਂ ਨੂੰ ਪੈਂਦਾ ਹੈ। ਇਹਦਾ ਮਤਲਬ ਹੈ ਕਿ ਉਹਨਾਂ ਨਾਲ ਚਰਚਾ ਵੀ ਕਰਨੀ ਪੈਂਦੀ ਹੈ। ਤੋ ਇੰਟੈਲੈਕਚੁਅਲ ਲੈਵਲ ਦੇ ਉੱਤੇ ਜੇ ਇਹੋ ਜਿਹਾ ਕੰਮ ਕੀਤਾ ਤਾਂ ਫਿਰ ਮੇਰਾ ਮਤਲਬ ਹੈ ਕਿ ਉਹ ਅਸੀਂ ਕਹਿ ਸਕਦੇ ਹਾਂ ਕਿ ਆਪ ਦੇ ਦਿਮਾਗ ਨੂੰ ਰਿਫਰੈਸ਼ ਕਰਨ ਦੇ ਲਈ ਜੇ ਕੁਛ ਇਹਨਾਂ ਨੇ ਗੱਲਾਂ ਕੀਤੀਆਂ ਉਹ ਕੀਤੀਆਂ ਹੋਣਗੀਆਂ, ਪਰ ਅਜੇ ਤੱਕ ਕੋਈ ਜ਼ਾਹਰ ਨਹੀਂ ਹੋਇਆ ਕਿ ਇਹਨਾਂ ਨੇ ਕੋਈ ਬੀਜੇਪੀ RSS ਦੇ ਹਿੱਤ ਦੇ ਵਿੱਚ ਫੈਸਲਾ ਲਿਆ ਹੋਵੇ, ਜਦ ਕਿ ਬਾਦਲ ਦਲੀਆ ਨੇ ਜ਼ਰੂਰ ਲਿਆ ਹੈਗਾ। ਪਰ ਸੁਖਬੀਰ ਸਿੰਘ ਬਾਦਲ ਹੋਣਾ ਤੇ ਤੁਹਾਨੂੰ ਲੱਗਦਾ ਕਿ ਇਸ ਕਰਕੇ ਵੀ ਡਿਲੇ ਹੋ ਸਕਦਾ ਫੈਸਲਾ, RSS BJP ਦਾ ਇੰਟਰਸਟ ਹੋਊਗਾ ਉਹਦੇ 'ਚ? ਹਾਂ ਬਿਲਕੁਲ, ਉਹ ਤਾਂ ਹੋ ਸਕਦਾ ਜੀ। ਇਹ ਕਿ ਅਜੇ ਤੱਕ ਫੈਸਲਾ ਕਿਉਂ ਨਹੀਂ ਹੋ ਰਿਹਾ? BJP ਬਹੁਤ ਤਕੜੀ ਦੁਨੀਆ ਦੇ ਵਿੱਚ ਪਾਰਟੀ ਹੈ ਜਿਹਨੇ ਇੱਕ ਪਾਲਿਸੀ ਬਣਾ ਲਈ ਹੈ ਕਿ ਮੋਦੀ ਨੇ ਕਿਹਾ ਕਿ ਪਹਿਲਾਂ ਜਿਹੜੇ ਸਿੱਖ ਖਾਲਿਸਤਾਨੀ ਸੀਗੇ ਉਹ ਜੇ ਦੇਸ਼ ਛੱਡ ਕੇ ਚਲੇ ਜਾਂਦੇ ਸੀਗੇ, ਅਸੀਂ ਉਸ ਦੇਸ਼ ਜਿੱਥੇ ਭੱਜ ਕੇ ਜਾਂਦੇ ਸੀਗੇ ਇਹਨਾਂ ਦੇ ਡੋਜ਼ੀਅਰਸ ਇਹਨਾਂ ਦੇ ਫਾਈਲ ਭੇਜਦੇ ਸੀਗੇ ਕਿ ਇਹ ਕਿਹੋ ਜਿਹੇ ਬੰਦੇ ਹੈ। ਪਰ ਮੋਦੀ ਨੇ ਕਿਹਾ ਹੁਣ ਨਹੀਂ, ਇਹ ਹੁਣ ਅਸੀਂ ਸਿੱਧਾ ਇਹਨਾਂ ਨਾਲ ਟੱਕਰਾਂਗੇ। ਜਦੋਂ ਟੱਕਰੇ ਹੈ ਤਾਂ ਫਿਰ ਦੇਖੋ ਹਰਦੀਪ ਸਿੰਘ ਨਿੱਜਰ ਨੂੰ, ਮਲਕ ਨੂੰ, ਸੁਖਦੂਲ ਸਿੰਘ ਨੂੰ ਕੈਨੇਡਾ 'ਚ ਮਾਰਤਾ ਹੈ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਹੈ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਹੈ, ਰੋਡੇ ਨੂੰ ਮਾਰਤਾ ਹੈ, ਹਰਿਆਣੇ ਦੇ ਵਿੱਚ ਸਿੱਧੂ ਨੂੰ ਮਾਰਤਾ ਹੈ, ਦੀਪ ਸਿੰਘ ਸਿੱਧੂ ਨੂੰ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰ ਦਿੱਤਾ ਹੈਗਾ। ਤਾਂ ਮੇਰਾ ਮਤਲਬ ਇਹ ਜਿਹੜੀ ਅਸੈਸੀਨੇਸ਼ਨ ਪੋਲਿਸੀ BJP ਤੇ RSS ਦੀ ਹੈਗੀ ਹੈ ਮੋਦੀ ਦੀ, ਇਹਦੇ ਖਿਲਾਫ ਸਾਰੀ ਦੁਨੀਆ ਉੱਠ ਕੇ ਖੜੀ ਹੋ ਗਈ ਹੈ ਕਿ ਤੁਸੀਂ ਬੇਗੁਨਾਹ ਸਿੱਖਾਂ ਨੂੰ ਮਾਰ ਰਹੇ ਹੋ। ਫਿਰ ਦੂਸਰੀ ਗੱਲ ਸਰਦਾਰ ਸਾਹਿਬ ਇਹ ਹੈ ਕਿ ਜਦੋਂ ਦੂਜੇ ਦੇਸ਼ਾਂ 'ਚ ਇਹਨਾਂ ਨੇ ਉੱਥੇ ਜਿਹੜੇ ਸ਼ਹਿਰੀ ਜਾਂ ਸਿਟੀਜ਼ਨਸ ਬਣ ਗਏ ਸੀਗੇ ਜਾਂ ਜਿਨ੍ਹਾਂ ਨੇ ਪਨਾਹ ਲਈ ਹੋਈ ਸੀਗੀ, ਉਸ ਮੁਲਕ ਦੀ ਇਹਨਾਂ ਨੇ ਸੋਵਰੇਨਿਟੀ ਤੋੜ ਕੇ ਉੱਥੇ ਜਾ ਕੇ ਕਤਲ ਕੀਤੇ ਹੈਗੇ ਆ, ਜਿਹੜਾ ਕਿ ਇੱਕ ਬਹੁਤ ਵੱਡਾ ਇਲਜ਼ਾਮ ਹੈ। ਅਮਰੀਕਾ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਕਿ ਕੋਈ ਵੀ ਮੁਲਕ ਸਾਡੀ ਸੋਵਰੇਨਿਟੀ, ਸਾਡੀ ਬਾਦਸ਼ਾਹੀ ਨੂੰ ਤੋੜੇ। 1941 ਦੇ ਵਿੱਚ ਜਾਪਾਨ ਨੇ ਹਮਲਾ ਕੀਤਾ ਸੀਗਾ ਅਮਰੀਕਾ 'ਤੇ, ਉਹਨਾਂ ਦੀ ਬਾਦਸ਼ਾਹੀ ਤੋੜੀ ਸੀ, ਪਰ ਉਹਦਾ ਨਤੀਜਾ ਫਿਰ 1945 ਦੇ ਵਿੱਚ ਐਟਮ ਬੰਬ ਸਿੱਟ ਕੇ ਨਾਗਾਸਾਕੀ ਤੇ ਹਿਰੋਸ਼ੀਮਾ ਅਮਰੀਕਾ ਨੇ ਲਿਆ। ਤੇ ਅਮਰੀਕਾ ਨੂੰ ਵੀ ਹੁਣ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਮਾਨ ਸਾਹਿਬ, ਜਿਹੜੇ ਮਸਲੇ ਤੁਸੀਂ ਰੇਜ਼ ਕਰ ਰਹੇ ਹੋ, ਹੋਰ ਵੀ ਬਹੁਤ ਸਾਰੇ ਮਸਲੇ ਜਿਨ੍ਹਾਂ ਦੇ ਉੱਪਰ ਗੱਲ ਹੋਣੀ ਚਾਹੀਦੀ ਹੈ, ਪਰ ਤੁਹਾਨੂੰ ਲੱਗਦਾ ਨਹੀਂ ਕਿ ਭੰਬਲ ਭੂਸਾ ਹੀ ਕੌਮ ਦੇ ਵਿੱਚ ਇੰਨਾ ਪੈ ਗਿਆ ਕਿ ਆਪਸ ਦੇ ਵਿੱਚ ਕਨਫਲਿਕਟ ਪੈਦਾ ਹੋਈ ਜਾਂਦੇ ਆ, ਜਥੇਦਾਰ ਵਰਸਸ ਬਲਟੋਆ ਹੋ ਕੇ ਸਾਰਾ ਸਿਸਟਮ ਜਿਹੜਾ ਉਹਦੇ 'ਤੇ ਚਰਚਾ ਹੋ ਰਹੀ ਹੈ, ਜਾਂ ਫਿਰ ਜਿਸ ਤਰੀਕੇ ਦੇ ਨਾਲ ਹੋਰ ਇਸ਼ੂਜ਼ ਰੇਜ਼ ਹੋਣੇ ਚਾਹੀਦੇ ਆ ਉਹਨਾਂ ਦੇ ਉੱਪਰ ਗੱਲ ਹੀ ਨਹੀਂ ਹੋ ਪਾ ਰਹੀ ਹੈ? ਤੁਹਾਨੂੰ ਇਹ ਪਲੈਨਿੰਗ ਲੱਗਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਆਪਸੀ ਫੁੱਟ ਪੈ ਗਈ ਇਸ ਕਰਕੇ ਇਹ ਸਾਰਾ ਐਪੀਸੋਡ ਹੋਇਆ ਵਿਰਸਾ ਸਿੰਘ ਵਲਟੋਆ ਵਰਸਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ? ਮੇਰਾ ਖਿਆਲ ਕਿ ਜੀ ਵਲਟੋਆ ਕੋਈ ਏਡਾ ਵੱਡਾ ਬੰਦਾ ਤਾਂ ਹੈ ਨਹੀਂ ਗਾ ਕਿ ਜਿਹੜਾ ਪ੍ਰੈਸ ਅਤੇ ਹਿੰਦੁਤਾ ਦੀ ਪ੍ਰੈਸ ਇਸ ਨੂੰ ਇੱਕ ਵੱਡਾ ਇਸ਼ੂ ਬਣਾ ਰਹੀ ਹੈ ਕਿ ਜਿਹੜਾ ਵੱਡਾ ਇਸ਼ੂ ਹੈ ਸਿੱਖਾਂ ਦਾ ਕਤਲ ਕਰਨਾ ਬਾਹਰ ਦੇ ਮੁਲਕਾਂ 'ਚ, ਉਹ ਥੱਲੇ ਆ ਜਾਏ ਅਤੇ ਵਲਟੋਏ ਦਾ ਇੱਕ ਛੋਟੇ ਜਿਹੇ ਬੰਦੇ ਦਾ ਜਥੇਦਾਰ ਦੇ ਨਾਲ ਟਾਕਰਾ ਹੋ ਜਾਏ ਅਤੇ ਜਥੇਦਾਰ ਨੇ ਅਸਤੀਫਾ ਦੇ ਦਿੱਤਾ ਕਿ ਇਹ ਤੁਸੀਂ ਐਕਸ਼ਨ ਨਹੀਂ ਲੈਣਾ, ਮੈਂ ਅਸਤੀਫਾ ਦਿੰਦਾ ਹੈਗਾ। ਉਹਨੇ ਇੱਜ਼ਤਦਾਰ ਆਦਮੀ ਹੈ, ਉਹਦੀਆਂ ਬੀਬੀਆਂ ਦੀ ਬੇਇੱਜ਼ਤੀ ਕੀਤੀ ਹੈ ਅਤੇ ਉਹਨੇ ਕਿਹਾ ਕਿ ਜੇ ਇਹ ਇਸ ਤਰ੍ਹਾਂ ਹੀ ਕਰਨਾ ਮੈਂ ਅਸਤੀਫਾ ਦੇ ਕੇ ਘਰੇ ਬਹਿ ਜਾਂਦਾ। ਪਰ ਇਹ ਛੋਟੀ ਗੱਲ ਤਾਂ ਨਹੀਂ ਕਿ ਜਥੇਦਾਰ ਇੱਕ ਇੰਨਾ ਨਿਰਾਸ਼ ਹੋ ਕੇ ਅਸਤੀਫਾ ਦੇ ਦੇਵੇ। ਜਥੇਦਾਰ ਨੂੰ ਤਾਂ ਚੜ੍ਹਦੀ ਕਲਾ ਦਾ ਸੁਨੇਹਾ ਨਾ, ਪਰ ਜਦੋਂ ਧੀਆਂ ਦੇ ਉੱਤੇ ਇਲਜ਼ਾਮ ਲੱਗ ਜਾਣ ਅਤੇ ਕੌਮ ਉਹਦੇ ਪਿੱਛੇ ਨਾ ਖੜੇ ਹੋਵੇ ਤਾਂ ਫਿਰ ਇੱਕ ਗਰੀਬ ਆਦਮੀ ਹੋਰ ਕੀ ਕਰ ਸਕਦਾ ਹੈਗਾ। ਪਰ ਇੱਕ ਢੇਲੇ ਦਾ ਬੰਦਾ ਇਹੋ ਜਿਹੇ ਇਲਜ਼ਾਮ ਲਾ ਦੇ ਅਤੇ ਮੇਰਾ ਮਤਲਬ ਹੈ ਕਿ SGPC ਅਜੇ ਤੱਕ ਕੋਈ ਐਕਸ਼ਨ ਨਹੀਂ ਲੈ ਰਹੀ, ਨਾ ਕੋਈ ਕੇਸ ਦਰਜ ਕਰਾ ਰਹੀ ਹੈ,
ਨਾ ਕੁਛ ਕਰਾ ਰਹੀ ਹੈ ਬਲਟੋਏ ਦੇ ਖਿਲਾਫ। ਜਥੇਦਾਰ ਨੇ ਤਾਂ ਐਸਜੀਪੀਸੀ ਤੇ ਵੀ ਮਾਨ ਸਾਹਿਬ ਸਵਾਲ ਖੜੇ ਕਰਤੇ ਕਿ ਮੈਨੂੰ ਬਹੁਤ ਨਿਰਾਸ਼ਾ ਹੈ ਇਸ ਗੱਲ ਤੇ ਕਿ ਐਸਜੀਪੀਸੀ ਵੀ ਕੋਈ ਠੋਸ ਕਦਮ ਚੱਕ ਨਹੀਂ ਰਹੀ ਹੈ। ਅਕਾਲੀ ਦਲ ਦੇ ਵੀ ਕੁਝ ਲੀਡਰ ਜਿਹੜੇ ਆ ਉਹਨਾਂ ਨੇ ਸ਼ਬਦ ਵਰਤਿਆ ਕਿ ਅਕਾਲੀ ਦਲ ਦੇ 3rd ਕਲਾਸ ਲੀਡਰ ਵਿਰਸਾ ਸਿੰਘ ਵਲਟੋਆ ਦੀ ਪੁਸ਼ਤ ਪਨਾਹੀ ਕਰ ਰਿਹਾ, ਜਿਸ ਕਰਕੇ ਮੈਂ ਨਿਰਾਸ਼ ਹੋ ਕੇ ਇਹ ਅਸਤੀਫਾ ਫਿਰ ਦਿੱਤਾ। ਉਹੀ ਗੱਲ ਤਾਂ ਮੈਂ ਕਰਤਾ ਦਿੱਤੀ ਕਿ ਇਹ ਉਸ ਨੂੰ ਵਿਚਾਰੇ ਨੂੰ ਉਹਦੀਆਂ ਬੇਟੀਆਂ ਦੀ ਬੇਅਦਬੀ ਬਾਰੇ ਹੱਕ 'ਚ ਬੋਲਣਾ, ਇਹ ਤਾਂ ਸਿੱਖਾਂ ਦੇ ਜ਼ਹਿਨ ਦੇ ਵਿੱਚ ਹੈ ਨਹੀਂ। ਸਿੱਖ ਤਾਂ ਹਿੰਦੂਆਂ ਦੀਆਂ ਬੇਟੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਤੋਂ, ਨਾਦਰ ਸ਼ਾਹ ਤੋਂ ਛਡਾਉਂਦੇ ਰਹੇ ਹੈ, ਵਾਪਸ ਕਰਦੇ ਰਹੇ ਹੈ। ਫਿਰ ਜਦੋਂ ਸਾਨੂੰ ਘਾਟ ਪੈ ਗਈ ਸੀਗੀ ਕੁੱਪ ਦੇ ਮੋਰਚੇ ਦੇ ਵਿੱਚ, ਗਹਿਲਾਂ ਦੇ ਮੋਰਚੇ ਦੇ ਵਿੱਚ, ਅਹਿਮਦ ਸ਼ਾਹ ਅਬਦਾਲੀ ਦੀ ਲੜਾਈ ਦੇ ਵਿੱਚ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਸੀ। ਫਿਰ ਤੁਹਾਨੂੰ ਪਤਾ ਹੈ ਕਿ ਜੇ ਹਿੰਦੂ ਦੀ ਬੇਟੀ ਬਾਹਰ ਨਿਕਲ ਜਾਵੇ ਫਿਰ ਹਿੰਦੂ ਉਹਨੂੰ ਆਪਣੇ ਘਰ ਵਾਪਸ ਨਹੀਂ ਮੋੜਦਾ। ਫਿਰ ਜਦੋਂ ਸਾਨੂੰ ਘਾਟ ਪੈ ਗਈ ਬੀਬੀਆਂ ਦੀ, ਸਾਰਾ ਕੁਛ ਹੈ, ਫਿਰ ਉਹੀ ਬੀਬੀਆਂ ਜਿਹੜੀਆਂ ਨਾਦਰ ਸ਼ਾਹ ਤੇ ਅਬਦਾਲੀ ਨੇ ਲੁੱਟੀਆਂ ਸੀਗੀਆਂ, ਉਹ ਫਿਰ ਸਿੱਖਾਂ ਦੇ ਘਰਾਂ 'ਚ ਬਿਠਾਤੀਆਂ ਸੀਗੀਆਂ। ਸੋ ਸਾਡੀਆਂ ਪੜਦਾਦੀਆਂ ਹੀ ਹੋ ਸਕਦੀਆਂ ਜੀ, ਪਰ ਮੇਰਾ ਮਤਲਬ ਉਹਨਾਂ ਦੀ ਇੱਜ਼ਤ ਰੱਖਣ ਦੇ ਲਈ ਨਾਲੇ ਤਾਂ ਉਹਨਾਂ ਨੂੰ ਬਾਹਰ ਦੇ ਮੁਲਕ ਦੇ ਬੰਦਿਆਂ ਤੋਂ ਬਚਾਤਾ ਅਤੇ ਨਾਲੇ ਹਿੰਦੂ ਉਹਨਾਂ ਨੂੰ ਵਾਪਸ ਨਹੀਂ ਸੀ ਲੈ ਰਹੇ, ਫਿਰ ਉਹਨਾਂ ਨੇ ਆਪਣੇ ਘਰਾਂ 'ਚ ਵਸਾਤੀਆਂ। ਮਾਨ ਸਾਹਿਬ, ਜਿਹੜਾ ਖਲਾਰਾ ਪੈ ਗਿਆ ਅਕਾਲੀ ਪੋਲਿਟਿਕਸ ਨੂੰ ਤੁਸੀਂ ਕਿੱਥੇ ਜੇ ਖੜਾ ਮੰਨਦੇ ਹੋ ਇੱਥੇ? ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਅੱਡ ਚੱਲ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਅੱਡ ਚੱਲ ਰਿਹਾ, ਉਹ ਕਿੱਥੇ ਜੇ ਖੜੀ ਗੱਲ ਦੇਖ ਰਹੇ ਹੋ ਤੁਸੀਂ? ਕਿਉਂਕਿ ਜਿਸ ਤਰੀਕੇ ਨਾਲ ਪੰਥਕ ਪੋਲਿਟਿਕਸ ਦਾ ਉਭਾਰ ਤਾਂ ਲੱਗਦਾ ਜਿਵੇਂ ਦੋ ਬੰਦੇ ਜਿੱਤ ਗਏ, ਕਿਉਂਕਿ ਪੰਥ ਉਹ ਕਹਿੰਦੇ ਕਿ ਅਸੀਂ ਪੰਥ ਉਹ ਕਲੇਮ ਕਰਦੇ ਆ, ਭਾਵੇਂ ਭਾਈ ਸਰਬਜੀਤ ਸਿੰਘ ਖਾਲਸਾ ਹੋਣ, ਭਾਵੇਂ ਭਾਈ ਅਮਰਤਪਾਲ ਸਿੰਘ ਹੋਣ ਖਡੂਰ ਸਾਹਿਬ ਤੋਂ, ਉਹ ਕਹਿੰਦੇ ਕਿ ਜੀ ਅਸੀਂ ਪੰਥ ਦੀ ਗੱਲ ਕਰਦੇ ਹਾਂ, ਪੰਥ ਦੇ ਰਾਖੇ ਹਾਂ, ਅਸੀਂ ਸਾਨੂੰ ਪੰਥ ਨੂੰ ਚੁਣਨਾ ਤਾਂ ਸਾਨੂੰ ਚੁਣੋ। ਪਰ ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਰੇ ਕੈਂਡੀਡੇਟ ਹਾਰ ਗਏ, ਈਵਨ ਹਰਸਿਮਰਤ ਕੌਰ ਬਾਦਲ ਇਕੱਲੇ ਜਿੱਤੇ ਆ। ਪਰ ਦੂਸਰੇ ਪਾਸੇ ਤੁਸੀਂ ਵੀ ਲਗਾਤਾਰ ਪੰਥ ਦੀ ਗੱਲ ਕਰਦੇ ਹੋ, ਲਗਾਤਾਰ ਕਲੇਮ ਕਰਦੇ ਹੋ ਕਿ ਭਾਈ ਸਾਡੇ ਨਾਲ ਜੁੜੋ, ਅਸੀਂ ਬਹੁਤ ਸਾਰੇ ਲੋਕਾਂ ਨੂੰ ਬਾਹਰ ਵੀ ਸੈੱਟ ਕਰਾਤਾ, ਜਾਂ ਜਿਹੜੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਕਹਿੰਦੇ ਹੋ ਕਿ ਅਸੀਂ ਖੜੇ ਹਾਂ ਉਹਨਾਂ ਲੋਕਾਂ ਦੇ ਨਾਲ। ਪਰ ਤੁਹਾਨੂੰ ਖਿੰਡ ਗਏ, ਆਪਸ ਦੇ ਵਿੱਚ ਖਿੰਡੇ ਹੋਏ ਆ, ਇਸ ਕਰਕੇ ਲੋਕ ਆ ਨਹੀਂ ਰਹੇ ਅਕਾਲੀ ਦਲ ਦੇ ਨਾਲ। ਮੈਨੂੰ ਤਾਂ ਸਮਝ ਨਹੀਂ ਜੀ ਆਉਂਦੀ ਕਿਉਂ ਨਹੀਂ ਆਉਂਦੇ ਹੈਗੇ। ਅਸੀਂ ਤਾਂ ਨਹੀਂ ਖਿੰਡੇ ਹੋਏ, ਪਹਿਲੇ ਦਿਨ ਤੋਂ ਅਸੀਂ ਤਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਕਦੇ ਢਿੱਲੀ ਗੱਲ ਨਹੀਂ ਕੀਤੀ ਹੈਗੀ। ਇਹ ਤਾਂ ਉਹਨਾਂ ਨੂੰ ਪੁੱਛੋ ਜਿਹੜੇ ਇਹ ਪੰਥ ਦੀ ਗੱਲ ਨਹੀਂ ਕਰਦੇ ਹੈਗੇ। ਕਿਉਂ ਨਹੀਂ ਕਰਦੇ? ਜਿਹੜੇ ਮੋਦੀ ਨੇ ਹੁਣ ਨਵੀਂ ਪਾਲਿਸੀ ਸਿੱਖਾਂ ਨੂੰ ਮਰਵਾਉਣ ਦੀ ਕੀਤੀ ਹੈ, ਬਾਦਲ ਦਲੀਏ ਨਹੀਂ ਕਰਦੇ, ਹੋਰ ਕਾਂਗਰਸ ਦੇ ਸਿੱਖ ਨਹੀਂ ਕਰਦੇ, ਹੋਰ ਨਹੀਂ ਕਰਦੇ ਹੈਗੇ, ਕੋਈ ਵੀ ਨਹੀਂ ਕਰਦਾ ਹੈਗਾ। ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਜੀ, ਇਹਨਾਂ ਨੇ ਵੀ ਨਹੀਂ ਕਦੇ ਗੱਲ ਕੀਤੀ ਕਿ ਇਹ ਮੋਦੀ ਨੇ ਸਿੱਖ ਮਰਵਾਉਣੇ ਸ਼ੁਰੂ ਕਰਤੇ ਹੈ। ਸਰਬਜੀਤ ਖਾਲਸਾ ਹੋਣਾ ਨੇ, ਅਮਰਤਪਾਲ ਸਿੰਘ ਹੋਣਾ ਨੇ, ਜਾਂ ਸੁਖਬੀਰ ਸਿੰਘ ਬਾਦਲ ਹੋਣਾ ਦੀ ਗੱਲ ਕਰ ਰਹੇ? ਤੁਸੀਂ ਜਿਹੜੇ ਨਾਂ ਲਏ ਸੀਗੇ ਮੈਂ ਉਹਨਾਂ ਦੀ ਗੱਲ ਕਰ ਰਿਹਾ। ਉਹ ਉੱਥੇ ਰਿਕਾਰਡ ਹੋ ਗਿਆ, ਉਹਦੇ ਤੋਂ ਪਤਾ ਲੱਗ ਜੂਗਾ ਤੁਹਾਨੂੰ ਕਿਹਦੀ ਗੱਲ ਕੀਤੀ ਆ। ਮਾਨ ਸਾਹਿਬ, ਤੁਹਾਨੂੰ ਰਿਵਾਈਵਲ ਦਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਪੋਲਿਟਿਕਸ ਦਾ ਰਿਵਾਈਵਲ ਹੋਊਗਾ? ਰਿਵਾਈਵਲ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਕਰ ਸਕਦਾ ਜੀ, ਹੋਰ ਕਿਹੜਾ ਕਰ ਸਕਦਾ ਹੁਣ, ਜਿਹੜਾ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਇੱਕੋ ਗੱਲ ਦੇ ਉੱਤੇ ਕਿ ਸਾਨੂੰ ਵੱਖਰੀ ਸਟੇਟ ਚਾਹੀਦੀ ਹੈ, ਸਾਡਾ ਰਾਜ ਭਾਗ ਹੋਣਾ ਚਾਹੀਦਾ ਹੈ। ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਆਖਰੀ ਸ਼ਬਦ ਹੈ ਕਿ ਜਦੋਂ ਫੌਜਾਂ ਦਾ ਹਮਲਾ ਦਰਬਾਰ ਸਾਹਿਬ 'ਤੇ ਹੋਊਗਾ ਅਤੇ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੀ ਪਾਰਟੀ ਉਹੀ ਕੰਮ ਕਰ ਰਹੀ ਹੈ। ਮਾਨ ਸਾਹਿਬ, ਲੋਕਾਂ ਨੇ ਵੱਡੇ ਪੱਧਰ ਤੇ, ਚਲੋ ਹੁਣ ਵੀ ਯੂਥ ਤੁਹਾਨੂੰ ਸੁਣਦਾ ਹੈ, ਯੂਥ ਪਸੰਦ ਕਰਦਾ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ, ਪਰ ਵੱਡੇ ਪੱਧਰ ਤੇ ਲੋਕ ਜਿੱਤ ਕੇ ਇੱਕ ਵਾਰ ਆ ਗਏ ਤੁਹਾਡੇ ਨਾਲ, ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਕੀ ਲੱਗਦਾ ਕਿਹੜੀਆਂ ਕੋਈ ਕਮੀਆਂ ਘਾਟਾਂ ਰਹਿ ਗਈਆਂ ਜਿਹਦੇ ਤੋਂ ਬਾਅਦ, ਕਿਉਂਕਿ ਤੁਸੀਂ ਪਿਛਲੀ ਵਾਰ ਜਿੱਤ ਗਏ ਸੀ, ਇਸ ਵਾਰ ਤੁਸੀਂ ਹਾਰ ਗਏ ਚੋਣ, ਕਮੀਆਂ ਘਾਟਾਂ ਤੇ ਕੋਈ ਮੰਥਨ ਕੀਤਾ ਤੁਸੀਂ ਕਿ ਕਿਹੜੀਆਂ ਚੀਜ਼ਾਂ ਰਹਿ ਗਈਆਂ, ਕਿਹੜੀਆਂ ਗੱਲਾਂ ਕਰਕੇ ਲੋਕ ਤੁਹਾਡੇ ਨਾਲ ਇੰਗੇਜ ਨਹੀਂ ਹੋ ਪਾਏ ਉਸ ਪੱਧਰ ਦੇ ਉੱਪਰ? ਉਹ ਗਲਤੀਆਂ ਤਾਂ ਮੇਰੀਆਂ ਹੀ ਹੋਣਗੀਆਂ ਜੀ, ਪੰਥ ਦੀਆਂ ਥੋੜ੍ਹੀ ਹੋ ਸਕਦੀਆਂ ਜੀ। ਇਹ ਤਾਂ ਲੋਕੀ ਦੱਸਣਗੇ ਕਿਹੜੀਆਂ ਗਲਤੀਆਂ ਕੀਤੀਆਂ, ਕਿ ਮੈਂ ਅਜੇ ਤੱਕ ਬੀਜੇਪੀ ਨਾਲ ਨਹੀਂ ਰਲਿਆ, ਕਾਂਗਰਸ ਨਾਲ ਨਹੀਂ ਰਲਿਆ, ਹਿੰਦੂਤਵ ਨਾਲ ਨਹੀਂ ਰਲਿਆ। ਇਹ ਜਿਹੜੀਆਂ ਗਲਤੀਆਂ ਮੇਰੀਆਂ ਕੱਢੋਗੇ ਤੁਸੀਂ, ਫਿਰ ਉਹ ਆਪਾਂ ਸੋਚ ਲਾਂਗੇ। ਮੇਰੇ ਇੱਕ ਦੋ ਛੋਟੇ ਹੋਰ ਸਵਾਲ ਨੇ ਜਿਹੜਾ ਘਟਨਾਕ੍ਰਮ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ, ਸਿਰਫ ਉਸੇ ਨੂੰ ਲੈ ਕੇ ਕਿ
ਤੁਸੀਂ ਕੋਈ ਗੱਲ ਹੋਈ ਤੁਹਾਡੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਕਿ ਭਾਈ ਤੁਸੀਂ ਖੜੇ ਉਹਨਾਂ ਦੇ ਨਾਲ ਜਾਂ ਕਿੱਦਾਂ? ਨਹੀਂ ਮੈਂ ਨਹੀਂ ਕਿਉਂਕਿ ਅਕਾਲੀ ਦਲ ਬਲਵਿੰਦਰ ਸਿੰਘ ਭੁੰਦੜ ਹੁਣੀ ਜਾ ਕੇ ਮਿਲਿਆ ਏ, ਉਹਨਾਂ ਨੂੰ ਕਹਿੰਦੇ ਕਿ ਸਾਡਾ ਬਲਟੋਏ ਹੁਣਾਂ ਨਾਲ ਕੋਈ ਲੈਣਾ ਦੇਣਾ ਨਹੀਂਗਾ। ਨਹੀਂ ਮੈਂ ਨਹੀਂ ਗਿਆ ਜੀ ਮੈਨੂੰ ਹੁਣ ਐਸਜੀਪੀਸੀ ਇਲੈਕਸ਼ਨ ਨੂੰ ਲੈ ਕੇ ਕੀ ਰਣਨੀਤੀ ਹੈ ਤੁਹਾਡੀ? ਕਿਉਂਕਿ ਮਾਨ ਸਿੰਘ ਮਾਨ ਜੀ ਹੁਣਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਕਿ ਐਸਜੀਪੀਸੀ ਇਲੈਕਸ਼ਨ ਜਲਦੀ ਹੋਣੇ ਚਾਹੀਦੇ ਆ, ਜਥੇਦਾਰ ਨਵੇਂ ਚੁਣੇ ਜਾਣੇ ਚਾਹੀਦੇ ਆ, ਕਹਿੰਦੇ ਕਿ ਇਹ ਤਾਂ ਪਹਿਲਾਂ ਹੀ ਪ੍ਰਭਾਵ ਹੇਠ ਹੋਣਗੇ ਬੀਜੇਪੀ ਦੇ, ਕਹਿੰਦੇ ਐ ਡਰ ਕੇ ਇਸ ਤਰੀਕੇ ਨਾਲ ਤਾਂ ਨਹੀਂ ਕਰਨਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ। ਚਲੋ ਉਹਨਾਂ ਨੇ ਜੋ ਕੁਝ ਕਿਹਾ ਠੀਕ ਕਿਹਾ ਤੇ ਇਲੈਕਸ਼ਨ ਸਾਡੇ ਹੋਣੇ ਚਾਹੀਦੇ ਹੈ। ਸਿੱਖਾਂ ਦਾ ਹੁਣ ਇੱਥੇ ਇੰਡੀਆ 'ਚ ਰਹਿਣਾ ਹਰਾਮ ਹੋ ਗਿਆ। ਇੱਕ ਤਾਂ ਇੱਕ ਪਾਲਿਸੀ ਬਣਾਤੀ ਹੈ ਕਿ ਜਿਹੜਾ ਆਜ਼ਾਦੀ ਦੀ ਗੱਲ ਕਰੂਗਾ ਉਹਨੂੰ ਮਾਰ ਦੇਣਾ, ਦੂਜਾ ਸਾਡੀ ਪਾਰਲੀਮੈਂਟ 'ਤੇ ਇਲੈਕਸ਼ਨ ਨਾ ਕਰਾਉਣਾ। ਅਤੇ ਤੁਸੀਂ ਕਸ਼ਮੀਰ ਦੀ ਕੈਬਨਿਟ ਦੇਖੀ ਹੋਣੀ, ਉਹਦੇ 'ਚ ਕੋਈ ਸਿੱਖ ਨਹੀਂ ਹੈ। ਤੁਸੀਂ ਹਰਿਆਣੇ ਦੀ ਕੈਬਨਿਟ ਦੇਖੀ ਹੋਣੀ ਹੈ, ਉਹਦੇ ਵਿੱਚ ਕੋਈ ਸਿੱਖ ਨਹੀਂ ਹੈ। ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਨਹੀਂ ਹੈ। ਤਾਂ ਮੇਰਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਦਾ ਕੋਈ ਵੀ ਸੈਕਟਰੀ ਸਿੱਖ ਨਹੀਂ ਹੈ। ਤਾਂ ਸਿੱਖਾਂ ਨੂੰ ਤਾਂ ਬਿਲਕੁਲ ਖੂੰਜੇ ਲਾ ਕੇ ਰੱਖਿਆ ਹੋਇਆ ਮੋਦੀ ਤੇ ਬੀਜੇਪੀ ਤੇ ਆਰਐਸਐਸ ਨੇ। ਹੁਣ 4 ਜ਼ਿਮਨੀ ਚੋਣਾਂ ਆ ਰਹੀਆਂ, ਇਹਨੂੰ ਲੈ ਕੇ ਕੀ ਸਟ੍ਰੈਟੇਜੀ ਘੜ ਰਹੇ ਹੋ ਤੁਸੀਂ? ਹਾਂ ਅਸੀਂ ਮੀਟਿੰਗਾਂ ਕਰ ਰਹੇ ਹਾਂ, ਅਸੀਂ ਖੜੇ ਕਰਾਂਗੇ ਸਾਰੇ ਕੈਂਡੀਡੇਟ। ਸਾਰੇ ਥਾਵਾਂ ਤੇ, ਚਾਰੇ ਥਾਵਾਂ ਤੇ ਇਲੈਕਸ਼ਨ ਲੜਨ ਜਾ ਰਹੇ ਤੁਸੀਂ ਵੀ ਲੜ ਰਹੇ ਹੋ ਇਸ ਵਾਰ ਕਿ ਨਵੇਂ ਕੈਂਡੀਡੇਟ ਕੋਈ ਹੋਰ? ਮੈਂ ਪਾਰਲੀਮੈਂਟ ਲੜੂੰਗਾ ਜੇ ਕੋਈ ਖਾਲੀ ਹੋਗੀ ਸੀਟ। ਠੀਕ ਹੈ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸਮਾਂ ਦਿੱਤਾ। ਥੈਂਕ ਯੂ ਸੋ ਮਚ। ਤਾਂ ਸੁਦਾ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਸੀਗੇ, ਗੱਲਬਾਤ ਹੋਈ ਹੈ ਇਹਨਾਂ ਦੇ ਨਾਲ ਕਿ ਜਿਸ ਤਰੀਕੇ ਦੇ ਨਾਲ ਜੋ ਵੀ ਘਟਨਾਕ੍ਰਮ ਵਾਪਰਿਆ, ਇਹਨਾਂ ਨੇ ਕਿਹਾ ਕਿ ਇਹ ਗਲਤ ਹੋਇਆ, ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸੀਗਾ, ਕਿਉਂਕਿ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ, ਸਾਰਿਆਂ ਨੂੰ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਔਰ ਇਹੋ ਜਿਹੇ ਮਸਲੇ ਜਿਹੜੇ ਆ ਇਹ ਦੁਬਾਰਾ ਨਾ ਉੱਠਣ ਔਰ ਇਹਦੇ ਤੇ ਵੀ ਗੌਰ ਕਰਨੀ ਚਾਹੀਦੀ ਹੈ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।